Hello dear students and welcome you all on this creative online study channel। ਅੱਜ ਦੀ ਵੀਡੀਓ ਵਿੱਚ ਆਪਾਂ 5th ਕਲਾਸ ਦੇ ਨਿਊ ਸਬਜੈਕਟ ਵੈਲਕਮ ਲਾਈਫ ਦੇ ਚੈਪਟਰ ਨੰਬਰ 5 ਨੂੰ ਪੜਾਂਗੇ ਅਤੇ ਸਮਝਾਂਗੇ। ਇਸ ਚੈਪਟਰ ਦਾ ਨਾਮ ਹੈ ਕੁਦਰਤ ਅਤੇ ਵਾਤਾਵਰਣ ਨਾਲ ਪਿਆਰ। इस पाठ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਵਾਤਾਵਰਨ ਨੂੰ ਸਾਨੂੰ ਸਾਫ਼ ਰੱਖਣਾ ਚਾਹੀਦਾ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਚੈਪਟਰ ਵਿੱਚ ਜ਼ਿਆਦਾਤਰ ਜਿਹੜਾ ਜ਼ੋਰ ਦਿੱਤਾ ਗਿਆ ਹੈ ਉਹ ਮੋਮ ਜਾਮੇ ਦੇ ਲਿਫਾਫੇ ਯਾਨੀ ਕਿ ਪਲਾਸਟਿਕ ਦੇ ਜਿਹੜੇ ਲਿਫਾਫੇ ਹੁੰਦੇ ਆ ਉਹਨਾਂ ਦੀ ਵਰਤੋਂ ਤੇ ਉਹਨਾਂ ਦਾ ਕੀ ਨੁਕਸਾਨ ਨੇ ਉਹ ਬਾਰੇ ਦੱਸਿਆ ਗਿਆ ਹੈ। ਔਰ ਇਸ ਦਾ ਜਿਹੜਾ ਇੱਕੋ ਇੱਕ ਜਿਹੜਾ ਸਾਡੇ ਕੋਲ ਹੱਲ ਹੈ ਉਹ ਹੈ ਕਿ ਪਲਾਸਟਿਕ ਦੀ ਜਿਹੜੇ ਪੋਲੀਥੀਨ ਨੇਗੇ ਉਹਨਾਂ ਦਾ ਬਿਲਕੁਲ ਵੀ ਯੂਜ਼ ਨਾ ਕੀਤਾ ਜਾਵੇ। ਪਲਾਸਟਿਕ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਯੂਜ਼ ਨਾ ਕੀਤਾ ਜਾਵੇ, ਇਹ ਸਾਡੇ ਲਈ ਬਹੁਤ ਖਤਰਨਾਕ ਨੇ। ਉਹ ਇਸ ਚੈਪਟਰ ਵਿੱਚ ਆਪਾਂ ਪੜ੍ਹਦੇ ਹਾਂ ਕਿ ਕਿਵੇਂ ਠੀਕ ਹੈ ਜੀ। ਸਭ ਤੋਂ ਪਹਿਲਾਂ ਊੜਾ ਪਾਰਟ ਹੈ ਮੋਮ ਜਾਮੇ ਦੇ ਲਿਫਾਫੇ ਦੀ ਵਰਤੋਂ ਤੋਂ ਗੁਰੇਜ਼। ਠੀਕ ਹੈ, ਗੁਰੇਜ਼ ਹੁੰਦਾ ਮਤਲਬ ਨਹੀਂ ਕਰਨੀ ਚਾਹੀਦੀ ਹੈ, ਮਨਾ। ਠੀਕ ਹੈ, ਮੋਮ ਜਾਮੇ ਦੇ ਲਿਫਾਫੇ ਜਿਹੜੇ ਕਿ ਪਲਾਸਟਿਕ ਦੇ ਲਿਫਾਫੇ ਹੁੰਦੇ ਨੇ ਉਹਨਾਂ ਦੀ ਵਰਤੋਂ ਤੋਂ ਗੁਰੇਜ਼ ਮਤਲਬ ਉਹਨਾਂ ਦੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ। ਕਿ ਦੇਖੋ ਪਹਿਲਾਂ ਹੀ ਪਿਕਚਰਸ ਦਿਖਾਈਆਂ ਗਈਆਂ ਕਿ ਬਹੁਤ ਸਾਰਾ ਕੂੜਾ ਕਰਕਟ ਪਿਆ ਹੈ। ਠੀਕ ਹੈ, ਔਰ ਉੱਥੇ ਪਹਿਲੀ ਪਿਕਚਰ 'ਚ ਦਿਖਾਇਆ ਗਿਆ ਕਿ ਪਸ਼ੂ ਜਿਹੜੇ ਨੇਗੇ ਜਾਨਵਰ ਨੇ ਉਹ ਜਿਹੜਾ ਕੂੜਾ ਹੈ ਉਸ ਵਿੱਚ ਆਪਣਾ ਉਸ ਵਿੱਚੋਂ ਕੁਝ ਖਾ ਰਹੇ ਨੇ। ਉਸ ਵਿੱਚ ਕੀ ਹੈ, ਬਹੁਤ ਸਾਰੇ ਪਲਾਸਟਿਕ ਦੇ ਲਿਫਾਫੇ ਵੀ ਹੋਣਗੇ ਜਿਹੜੇ ਕਿ ਜਦੋਂ ਜੇ ਖਾ ਲੈਣਗੇ ਤਾਂ ਇਹਨਾਂ ਨੂੰ ਪਸ਼ੂਆਂ ਨੂੰ ਬਹੁਤ ਜ਼ਿਆਦਾ ਇਹਦਾ ਨੁਕਸਾਨ ਹੁੰਦਾ ਹੈ। ਨੈਕਸਟ ਹੈ ਇੱਕ ਕਹਾਣੀ, ਕਹਿ ਸਕਦੇ ਹੋ ਕਹਾਣੀ ਝੋਲੇ ਵਾਲੇ ਮਾਸਟਰ ਜੀ ਦੀ। ਠੀਕ ਹੈ, ਕਹਾਣੀ ਦੇ ਜ਼ਰੀਏ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਨੂੰ ਇਹਨਾਂ ਲਿਫਾਫਿਆਂ ਦਾ ਪਲਾਸਟਿਕ ਦੇ ਲਿਫਾਫਿਆਂ ਦਾ ਯੂਜ਼ ਕਿਉਂ ਨਹੀਂ ਕਰਨਾ ਚਾਹੀਦਾ। ਪਹਿਲਾਂ ਕਿਹਾ ਨਾ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ, ਮਤਲਬ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂ ਨਹੀਂ ਕਰਨੀ ਚਾਹੀਦੀ? ਠੀਕ ਹੈ, ਉਸ ਦਾ ਕਾਰਨ ਦੱਸਿਆ ਗਿਆ ਇੱਕ ਕਹਾਣੀ ਦੇ ਜ਼ਰੀਏ। ਝੋਲਾ ਮਤਲਬ ਕੀ ਹੁੰਦਾ, ਕੋਈ ਬੈਗ। ਠੀਕ ਹੈ, ਝੋਲੇ ਵਾਲੇ ਮਾਸਟਰ ਜੀ ਦੀ ਕਹਾਣੀ ਹੈ। ਸਟਾਰਟ ਕਰਦੇ ਹਾਂ। 3 ਦਿਨਾਂ ਤੋਂ ਬੱਚੇ ਆਪਸ ਵਿੱਚ ਕੁਸਰ ਮੁਸਰ ਕਰ ਰਹੇ ਸਨ। ਕੁਸਰ ਮੁਸਰ ਮਤਲਬ ਆਪਸ ਵਿੱਚ ਗੱਲਬਾਤ ਕਰਨਾ। ਠੀਕ ਹੈ, ਹੌਲੀ ਆਵਾਜ਼ ਵਿੱਚ ਗੱਲਬਾਤ ਕਰਨਾ। ਉਹ ਇਹ ਗੱਲ ਜਾਣਨ ਲਈ ਉਤਸੁਕ ਸਨ ਕਿ ਨਵੇਂ ਮਾਸਟਰ ਜੀ ਆਪਣੀ ਡਾਇਰੀ ਅਤੇ ਰੋਟੀ ਵਾਲਾ ਡੱਬਾ ਕੱਪੜੇ ਦੇ ਬਣੇ ਥੈਲੇ 'ਚ ਹੀ ਕਿਉਂ ਲਿਆਉਂਦੇ ਹਨ। ਠੀਕ ਹੈ, ਬੱਚੇ ਆਪਸ ਵਿੱਚ ਕੀ ਗੱਲ ਕਰ ਰਹੇ ਨੇ ਕਿ ਇੱਕ ਮਾਸਟਰ ਹੈ ਜਿਹੜਾ ਉਹਨਾਂ ਦੇ ਸਕੂਲ ਵਿੱਚ ਨਵਾਂ ਆਇਆ ਹੋਏਗਾ, ਤਾਂ ਹੀ ਨਵੇਂ ਮਾਸਟਰ ਜੀ ਲਿਖਿਆ ਨਾ। ਉਹ ਆਪਣਾ ਜਿਹੜਾ ਸਮਾਨ ਹੈ ਜਿਵੇਂ ਰੋਟੀ ਵਾਲਾ ਡੱਬਾ ਹੋ ਗਿਆ, ਡਾਇਰੀ ਹੋ ਗਈ ਜਾਂ ਕੋਈ ਵੀ ਹੋਰ ਸਮਾਨ ਜਿਹੜਾ ਸੀ ਉਹ ਕਿਹਦੇ ਵਿੱਚ ਲੈ ਕੇ ਆਉਂਦੇ ਨੇ, ਕੱਪੜੇ ਦੇ ਬਣੇ ਥੈਲੇ ਵਿੱਚ। ਇਸੇ ਕਰਕੇ ਉਹਦਾ ਨਾਮ ਸ਼ਾਇਦ ਝੋਲੇ ਵਾਲਾ ਮਾਸਟਰ ਪੈ ਗਿਆ ਸੀ। ਠੀਕ ਹੈ, ਕੱਪੜੇ ਦੇ ਥੈਲੇ 'ਚ ਲੈ ਕੇ ਆਉਂਦੇ ਨੇ। ਤੇ ਉਹ ਕਿਉਂ ਲੈ ਕੇ ਆਉਂਦੇ ਨੇ ਇਹ ਜਾਣਨ ਲਈ ਉਤਸੁਕ ਸਨ। ਠੀਕ ਹੈ, ਉਹਨਾਂ ਨੂੰ ਇਸ ਜਾਣਨ ਦੀ ਬਹੁਤ ਜ਼ਿਆਦਾ ਉਤਸੁਕਤਾ ਸੀਗੀ ਕਿ ਕਿਉਂ ਲੈ ਕੇ ਆਉਂਦੇ ਨੇ ਉਹਨਾਂ ਵਿੱਚ। ਠੀਕ ਹੈ, ਕਿਉਂਕਿ ਅੱਜ ਕੱਲ੍ਹ ਜਿਹੜੇ ਨਵੇਂ ਤਰ੍ਹਾਂ ਦੇ ਬੈਗਸ ਆ ਰਹੇ ਨੇ, ਠੀਕ ਹੈ ਨਾ, ਪਲਾਸਟਿਕ ਦੇ ਬਣੇ ਹੋਏ ਬੈਗ ਆ ਰਹੇ ਨੇ, ਜ਼ਿਆਦਾਤਰ ਲੋਕ ਉਹ ਲੈ ਕੇ ਆਉਂਦੇ ਨੇ। ਪਰ ਜਿਹੜਾ ਮਾਸਟਰ ਹੈ ਅੱਜ ਦੇ ਸਮੇਂ ਵਿੱਚ ਵੀ ਕੱਪੜੇ ਦਾ ਥੈਲਾ ਕਿਉਂ ਲੈ ਕੇ ਆਉਂਦਾ ਹੈ ਉਸ ਲਈ। ਠੀਕ ਹੈ, ਉਹਨਾਂ ਨੇ ਤਾਂ ਉਹਨਾਂ ਦਾ ਨਾਂ ਵੀ ਝੋਲੇ ਵਾਲਾ ਮਾਸਟਰ ਜੀ ਰੱਖ ਲਿਆ ਸੀ। ਅੱਜ ਰਾਣੀ ਨੇ ਝਿਜਕਦਿਆਂ ਪੁੱਛ ਹੀ ਲਿਆ, ਸਰ ਜੀ ਮੋਮ ਜਾਮੇ ਦੇ ਲਿਫਾਫੇ ਕਿੰਨੇ ਸੋਹਣੇ ਆਉਂਦੇ ਨੇ, ਪਰ ਤੁਸੀਂ ਕੱਪੜੇ ਦਾ ਥੈਲਾ ਹੀ ਕਿਉਂ ਲੈ ਕੇ ਆਉਂਦੇ ਹੋ। ਠੀਕ ਹੈ, ਉਹਨਾਂ ਦੀ ਕਲਾਸ ਵਿੱਚ ਕੋਈ ਬੱਚਾ ਜਿਸਦਾ ਨਾਮ ਰਾਣਾ ਹੈ, ਉਸਨੇ ਕੀ ਝਿਜਕਦਿਆਂ ਮਤਲਬ ਹੌਲੀ ਡਰਦੇ ਕਿਉਂਕਿ ਆਪਣੇ ਅਧਿਆਪਕ ਨਾਲ ਬੱਚੇ ਗੱਲ ਕਰਨ ਤੋਂ ਥੋੜਾ ਝਿਜਕਦੇ ਨੇ ਨਾ, ਤਾਂ ਉਸਨੇ ਡਰਦਿਆਂ ਝਿਜਕਦੇ ਹੋਏ ਪੁੱਛਿਆ ਕਿ ਸਰ ਜੀ ਤੁਸੀਂ ਮੋਮ ਜਾਮੇ ਦੇ ਜਿਹੜੇ ਲਿਫਾਫੇ ਨੇ, ਪਲਾਸਟਿਕ ਦੇ ਜਿਹੜੇ ਬੈਗਸ ਨੇ ਉਹ ਬਹੁਤ ਹੀ ਸੋਹਣੇ ਹੁੰਦੇ ਨੇ, ਤੇ ਤੁਸੀਂ ਅੱਜ ਵੀ ਜਿਹੜਾ ਕੀ ਹੈ ਕੱਪੜੇ ਦਾ ਥੈਲਾ ਹੀ ਕਿਉਂ ਲੈ ਕੇ ਆਉਂਦੇ ਹੋ। ਅੱਗੇ ਮਾਸਟਰ ਜੀ ਜਵਾਬ ਦਿੰਦੇ ਨੇ। ਮਾਸਟਰ ਜੀ ਥੋੜਾ ਜਿਹਾ ਮੁਸਕਰਾਏ। ਇਹ ਸੁਣ ਕੇ ਮਾਸਟਰ ਜੀ ਮੁਸਕਰਾਏ। ਸਾਰੇ ਵਿਦਿਆਰਥੀ ਬਹੁਤ ਧਿਆਨ ਨਾਲ ਉਹਨਾਂ ਵੱਲ ਦੇਖ ਰਹੇ ਸਨ। ਮਾਸਟਰ ਜੀ ਨੇ ਬਹੁਤ ਹੀ ਪਿਆਰ ਨਾਲ ਬੋਲਣਾ ਸ਼ੁਰੂ ਕੀਤਾ, ਪਿਆਰੇ ਬੱਚਿਓ, ਮੈਨੂੰ ਤੁਹਾਡੀ ਆਪਸੀ ਕੁਸਰ ਮੁਸਰ ਤੋਂ ਇਹ ਅੰਦਾਜ਼ਾ ਹੋ ਗਿਆ ਸੀ ਕਿ ਤੁਸੀਂ ਕੁਝ ਨਾ ਕੁਝ ਪੁੱਛਣਾ ਚਾਹੁੰਦੇ ਹੋ ਪਰ ਪੁੱਛ ਨਹੀਂ ਰਹੇ। ਇਹ ਕਹਾਣੀ ਵੀ ਦੱਸਦਾ, ਪਰ ਪਹਿਲਾਂ ਇਹ ਗੱਲ ਪੱਲੇ ਬੰਨੋ ਕਿ ਕਦੇ ਵੀ ਕਿਸੇ ਤੋਂ ਸਵਾਲ ਪੁੱਛਣ ਲਈ ਝਿਜਕ ਨਾ ਮੰਨੋ। ਠੀਕ ਹੈ, ਜਦੋਂ ਬੱਚੇ ਨੇ ਪੁੱਛਿਆ
ठीक है। सब तो पहला की क्या मास्टर जी ਨੂੰ ਉਹਨਾਂ ਦੀ ਕੁਸਰ ਮੁਸਲ ਨਾਲ ਆਪਸ ਵਿੱਚ ਜਦੋਂ ਕੋਈ ਗੱਲ ਕਰਨ ਲੱਗਦੇ ਨਾ ਤਾਂ ਕਹਿੰਦੇ ਹੋਣਗੇ ਤੂੰ ਪੁੱਛ ਆਪਸ ਵਿੱਚ ਗੱਲ ਕਰਦੇ ਨੇ, ਤਾਂ ਮਾਸਟਰ ਜੀ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਚੁੱਕਿਆ ਸੀ ਕਿ ਕੁਝ ਬੱਚੇ ਪੁੱਛਣਾ ਚਾਹੁੰਦੇ ਨੇ ਪਰ ਪੁੱਛ ਨਹੀਂ ਰਹੇ ਸੀਗੇ। ਠੀਕ ਹੈ, ਇਸ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਸਮਝਾਇਆ ਕਿ ਇੰਨਾ ਕੁ ਆਪਣੇ ਵਿੱਚ ਕੌਨਫੀਡੈਂਸ ਲੈ ਕੇ ਆਓ ਕਿ ਜਦੋਂ ਕਿਸੇ ਨੂੰ ਕੋਈ ਸਵਾਲ ਪੁੱਛਣਾ, ਤੁਹਾਡੇ ਮਨ ਵਿੱਚ ਕਿਸੇ ਲਈ ਸਵਾਲ ਆਉਂਦਾ ਤਾਂ ਜ਼ਰੂਰ ਉਸ ਨੂੰ ਪੁੱਛੋ, ਡਰੋ ਨਾ। ਠੀਕ ਹੈ, ਤਾਂ ਉਹਨਾਂ ਨੇ ਕੀ ਕਿਹਾ ਵੀ ਆਤਮ ਜਿਹੜਾ ਵਿਸ਼ਵਾਸ ਹੈ ਉਸ ਨੂੰ ਪ੍ਰਬਲ ਕਰੋ, ਉਸ ਨੂੰ ਜ਼ਿਆਦਾ ਵਧਾਓ ਆਪਣੇ ਅੰਦਰ। ਠੀਕ ਹੈ, ਸਵਾਲ ਪੁੱਛਣ ਵਾਲੇ ਵਿਦਿਆਰਥੀ ਹੀ ਹੁਸ਼ਿਆਰ ਇਨਸਾਨ ਬਣਦੇ ਹਨ ਅਤੇ ਉਹ ਹਰ ਕਿਸਮ ਦਾ ਗਿਆਨ ਪ੍ਰਾਪਤ ਕਰਦੇ ਹਨ। ਜਿਹੜਾ ਬੱਚਾ ਜ਼ਿਆਦਾ ਸਵਾਲ ਕੁਐਸਚਨਿੰਗ ਕਰਦਾ ਹੈ, ਜ਼ਿਆਦਾ ਸਵਾਲ ਪੁੱਛਦਾ ਹੈ, ਉਹ ਬੱਚਾ ਹਮੇਸ਼ਾ ਇੰਟੈਲੀਜੈਂਟ ਹੁੰਦਾ ਹੈ, ਇਹ ਮੰਨਿਆ ਜਾਂਦਾ। ਠੀਕ ਹੈ ਨਾ ਜੀ ਸਰ ਜੀ, ਸਾਰੇ ਬੱਚੇ ਰਲ ਕੇ ਉੱਚੀ ਆਵਾਜ਼ ਵਿੱਚ ਬੋਲਦੇ ਨੇ। ਸ਼ਾਬਾਸ਼, ਤੁਸੀਂ ਸਾਰੇ ਬਹੁਤ ਸਿਆਣੇ ਹੋ, ਭੋਲੇ ਭਾਲੇ ਵੀ। ਠੀਕ ਹੈ, ਮਾਸਟਰ ਜੀ ਨੇ ਗੱਲ ਅੱਗੇ ਵਧਾਈ। ਠੀਕ ਹੈ, ਅੱਗੇ ਗੱਲ ਵਧਾਉਂਦੇ ਹੋਏ ਕੀ ਕਿਹਾ, ਝੋਲੇ ਦੀ ਗੱਲ ਜੇ ਤੁਹਾਨੂੰ ਇੱਕ ਸਤਰ 'ਚ ਦੱਸਣੀ ਹੋਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਕੱਪੜੇ ਦਾ ਝੋਲਾ ਰੱਖਣਾ ਮੇਰੀ ਆਦਤ ਹੈ। ਠੀਕ ਹੈ, ਉਹ ਕਹਿੰਦੇ ਜੇਕਰ ਮੈਂ ਇੱਕ ਗੱਲ 'ਚ ਦੱਸਣੀ ਹੋਵੇ ਨਾ ਤੁਹਾਨੂੰ ਵੀ ਮੈਂ ਕਿਉਂ ਲੈਣਾ, ਤਾਂ ਇੱਕ ਮੈਂ ਸਿੱਧੀ ਜੀ ਗੱਲ ਕਹਿ ਸਕਦਾ, ਇੱਕ ਲਾਈਨ 'ਚ ਦੱਸਣੀ ਹੋਵੇ ਤਾਂ ਜਿਹੜਾ ਝੋਲੇ ਵਾਲਾ ਜਿਹੜਾ ਕੱਪੜੇ ਦਾ ਝੋਲਾ ਲਿਆਉਣਾ ਮੇਰੀ ਆਦਤ ਆ। ਠੀਕ ਹੈ, ਮੈਂ ਬਾਜ਼ਾਰ ਵਿੱਚੋਂ ਵੀ ਕੁਝ ਖਰੀਦ ਕੇ ਲਿਆਉਣਾ ਹੋਵੇ ਤਾਂ ਆਪਣਾ ਇਹ ਥੈਲਾ ਕੋਲੇ ਰੱਖਦਾ ਹਾਂ ਤੇ ਮੋਮਜਾਮੇ ਦੇ ਲਿਫਾਫੇ ਮੈਂ ਕਦੇ ਵੀ ਨਹੀਂ ਲੈਂਦਾ। ਕਿਉਂ ਸਰ ਜੀ, ਇਹਨਾਂ ਦਾ ਤਾਂ ਫਾਇਦਾ ਹੀ ਬਹੁਤ ਹੈ, ਵਰਤੋ ਤੇ ਸੁੱਟ ਦਿਓ। ਸੁੱਖੇ ਨੇ ਖੜੇ ਹੋ ਕੇ ਕਿਹਾ। ਠੀਕ ਹੈ, ਇੱਕ ਬੱਚੇ ਨੇ ਕਿਹਾ ਕਿ ਤੁਸੀਂ ਕਿਉਂ ਨਹੀਂ ਇਹ ਲਿਫਾਫੇ ਜਿਹੜੇ ਮੋਮਜਾਮੇ ਦੇ ਵਰਤਦੇ, ਇਹ ਤਾਂ ਫਾਇਦਾ ਹੀ ਬਹੁਤ ਆ, ਆਪਣਾ ਕੋਈ ਸਮਾਨ ਲੈ ਕੇ ਆਉਂਦਾ ਵਰਤੋ ਤੇ ਉਸ ਤੋਂ ਬਾਅਦ ਉਸਨੂੰ ਸੁੱਟ ਦਿਓ। ਫਿਰ ਮਾਸਟਰ ਜੀ ਨੇ ਕੀ ਕਿਹਾ, ਬੱਚਿਓ ਇਹ ਮੋਮਜਾਮੇ ਦੇ ਲਿਫਾਫੇ ਬਹੁਤ ਖਤਰਨਾਕ ਹੁੰਦੇ ਨੇ। ਉਹ ਕਿਵੇਂ ਜੀ, ਰਾਣੀ ਕੌਰ ਨੇ ਪੁੱਛਿਆ। ਰਾਣੀ ਕੌਰ ਨੇ ਕਿਹਾ ਕਿ ਕਿਸ ਤਰ੍ਹਾਂ ਖਤਰਨਾਕ ਹੁੰਦੇ ਨੇ। ਠੀਕ ਹੈ, ਇਹਨਾਂ ਲਿਫਾਫਿਆਂ ਦਾ ਇੱਕ ਨਹੀਂ ਸਗੋਂ ਅਨੇਕਾਂ ਨੁਕਸਾਨ ਨੇ। ਮਾਸਟਰ ਜੀ ਨੇ ਦੱਸਣਾ ਸ਼ੁਰੂ ਕੀਤਾ। ਸਾਰੇ ਵਿਦਿਆਰਥੀ ਹੈਰਾਨੀ ਨਾਲ ਸੁਣਨ ਲੱਗੇ। ਮਾਸਟਰ ਜੀ ਨੇ ਗੱਲ ਅੱਗੇ ਵਧਾਈ। ਜਿਵੇਂ ਸੁੱਖਾ ਸਿੰਘ ਨੇ ਕਿਹਾ, ਵਰਤੋ ਤੇ ਸੁੱਟ ਦਿਓ। ਪਹਿਲਾਂ ਇਸੇ ਗੱਲ ਦਾ ਨੁਕਸਾਨ ਸੁਣੋ। ਇਹ ਹਵਾ ਵਿੱਚ ਉੱਡ ਕੇ ਨਾਲੀਆਂ 'ਚ ਫਸ ਜਾਂਦੇ ਨੇ, ਪਾਣੀ ਦਾ ਨਿਕਾਸ ਰੁਕ ਜਾਂਦਾ ਹੈ। ਠੀਕ ਹੈ, ਜੇਕਰ ਜਿਹੜੇ ਲਿਫਾਫੇ ਨੇ ਪਾਣੀ ਵਿੱਚ ਨਾਲੀਆਂ ਵਿੱਚ ਆ ਜਾਂਦੇ ਨੇ, ਠੀਕ ਹੈ, ਕਿਉਂਕਿ ਜਦੋਂ ਆਪਾਂ ਸਿੱਟਦੇ ਤਾਂ ਉਹ ਉੱਡ ਕੇ ਹਵਾ ਨਾਲ, ਕਿਉਂਕਿ ਇੰਨੇ ਹਲਕੇ ਹੁੰਦੇ, ਹਵਾ ਉਡਾ ਕੇ ਲਿਆ ਸਕਦੀ ਹੈ, ਤਾਂ ਉਹ ਜਦੋਂ ਜੇਕਰ ਉਹ ਨਾਲੀਆਂ ਦੇ ਵਿੱਚ ਫਸ ਜਾਣ ਤਾਂ ਪਾਣੀ ਦਾ ਨਿਕਾਸ ਮਤਲਬ ਪਾਣੀ ਜਿਹੜਾ ਵਹਿੰਦਾ ਸੀਗਾ, ਜਿਹੜਾ ਪਾਣੀ ਆਰਾਮ ਨਾਲ ਜਾ ਰਿਹਾ ਸੀ, ਤਾਂ ਉਹ ਰੁਕ ਜਾਏਗਾ। ਠੀਕ ਹੈ, ਪਾਣੀ ਫਿਰ ਗਲੀਆਂ 'ਚ ਖੜ ਜਾਂਦਾ ਹੈ ਤੇ ਮੱਖੀ ਮੱਛਰ ਪੈਦਾ ਹੋ ਜਾਂਦੇ ਹਨ। ਇਸ ਤਰ੍ਹਾਂ ਅਸੀਂ ਬਿਮਾਰ ਹੋ ਸਕਦੇ ਹਾਂ। ਠੀਕ ਹੈ, ਜਦੋਂ ਪਾਣੀ ਜਿਹੜਾ ਨਿਕਾਸ ਹੈ ਉਹਦਾ ਰੁਕ ਜਾਏਗਾ ਤਾਂ ਪਾਣੀ ਖੜ ਜਾਏਗਾ। ਖੜੇ ਪਾਣੀ ਵਿੱਚ ਤਾਂ ਮੱਛਰ ਪੈਦਾ ਹੁੰਦਾ ਹੈ, ਤਾਂ ਉਹਦੇ ਨਾਲ ਕੀ ਹੁੰਦਾ ਹੈ, ਉਹਨਾਂ ਮੱਖੀਆਂ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਨੇ। ਨੈਕਸਟ ਹੈ, ਤੁਹਾਡੀ ਗੱਲ ਸਹੀ ਹੈ ਸਰ ਜੀ, ਕਈ ਦਿਨ ਹੋ ਗਏ ਸਾਡੀ ਗਲੀ 'ਚ ਵੀ ਇਉਂ ਹੀ ਪਾਣੀ ਖੜ ਗਿਆ ਸੀ, ਨਾਲੀ 'ਚ ਮੋਮਜਾਮੇ ਦੇ ਲਿਫਾਫੇ ਹੀ ਫਸੇ ਹੋਏ ਸਨ, ਹਰਗੁਣ ਨੇ ਦੱਸਿਆ। ਬਿਲਕੁਲ, ਹੋਰ ਸੁਣੋ, ਇਹਨਾਂ ਲਿਫਾਫਿਆਂ ਨੂੰ ਡੰਗਰ ਪਸ਼ੂ ਵੀ ਕੁਝ ਖਾਣ ਵਾਲੀਆਂ ਵਸਤੂਆਂ ਦੇ ਨਾਲ ਨਿਗਲ ਜਾਂਦੇ ਹਨ। ਅਸੀਂ ਕਈ ਵਾਰ ਸਬਜ਼ੀ ਦੇ ਛਿੱਲੜ ਜਾਂ ਬੇਹੀਆਂ ਰੋਟੀਆਂ ਇਹਨਾਂ ਲਿਫਾਫਿਆਂ ਵਿੱਚ ਪਾ ਕੇ ਸੁੱਟ ਦਿੰਦੇ ਆ। ਠੀਕ ਹੈ, ਇਸ ਤੋਂ ਇਲਾਵਾ ਜਿਹੜੇ ਡੰਗਰ ਜਾਂ ਪਸ਼ੂ ਹੁੰਦੇ ਨੇ, ਜਿਹੜੇ ਅਵਾਰਾ ਜਿਹੜੇ ਬਾਹਰ ਹੁੰਦੇ ਨੇ, ਉਹ ਕੀ ਕਰਦੇ ਆ, ਆਪਾਂ ਜ਼ਿਆਦਾਤਰ ਕੀ ਕਰਦੇ ਆ, ਕੋਈ ਵੀ ਜਿਹੜਾ ਆਪਣਾ ਘਰ ਦਾ ਕੂੜਾ ਕਰਕਟ ਹੁੰਦਾ, ਜਿਵੇਂ ਮੰਨ ਲਓ ਕਿਸੇ ਸਬਜ਼ੀਆਂ ਦੇ ਛਿੱਲੜ ਮੰਨ ਲਓ, ਠੀਕ ਹੈ ਨਾ, ਇਸ ਤੋਂ ਇਲਾਵਾ ਹੋਰ ਵੀ ਜਿੰਨਾ ਵੀ ਕੂੜਾ ਕਰਕਟ ਹੁੰਦਾ, ਬੇਹੀਆਂ ਰੋਟੀਆਂ, ਆਪਾਂ ਕਈ ਵਾਰ ਕੀ ਕਰਦੇ ਆ, ਮੋਮਜਾਮੇ ਦੇ ਲਿਫਾਫੇ ਵਿੱਚ ਪਾ ਕੇ ਬਾਹਰ ਸਿੱਟੇ ਹੁੰਦੇ ਆ। ਪਰ ਜਿਹੜਾ ਜਾਨਵਰ ਆ ਉਹਨੂੰ ਥੋੜੀ ਨਾ ਪਤਾ ਕਿ ਕਿਹੜੀ ਚੀਜ਼ ਖਾਣੀ ਕਿਹੜੀ ਨਹੀਂ। ਉਹਨਾਂ ਨੂੰ ਜਦੋਂ ਉਹ ਉਹਨਾਂ ਚੀਜ਼ਾਂ ਨੂੰ ਖਾਂਦਾ ਤੇ ਕਈ ਵਾਰੀ ਨਾਲ ਹੀ, ਕਿਉਂਕਿ ਆਪਾਂ ਤਾਂ ਪ੍ਰੋਪਰ ਉਸ ਨੂੰ ਗੱਠ ਬੰਨ੍ਹ ਕੇ ਉਹਨੂੰ ਸਿੱਟ ਕੇ ਆ ਜਾਂਦੇ ਆ, ਹੈ ਨਾ, ਤਾਂ ਉਹ ਕੀ ਕਹਿੰਦੇ ਆ ਕਿ ਉਹ ਜਿਹੜੇ ਛਿੱਲੜ ਨੇ, ਕਈ ਵਾਰ ਜਿਹੜਾ ਪਸ਼ੂ ਹੁੰਦਾ ਹੈ, ਡੰਗਰ ਜਾਂ ਪਸ਼ੂ ਹੁੰਦੇ, ਉਹ ਸਬਜ਼ੀਆਂ ਦੇ ਛਿੱਲੜਾਂ ਦੇ ਨਾਲ ਉਸ ਨੂੰ ਵੀ ਨਾਲ ਹੀ ਖਾ ਲੈਂਦੇ ਨੇ। ਠੀਕ ਹੈ, ਇਹਨਾਂ ਦੇ ਖਾਣ ਨਾਲ ਪਸ਼ੂਆਂ ਨੂੰ ਕੀ ਹੁੰਦਾ ਹੈ, ਗੁਰਲੀਨ ਨੇ ਖੜੇ ਹੋ ਕੇ ਪੁੱਛਿਆ। ਉਹਨਾਂ ਨੇ ਕਿਹਾ ਕਿ ਜੇਕਰ ਖਾ ਵੀ ਲਿਆ ਪਸ਼ੂਆਂ ਨੇ ਤਾਂ ਉਹਨਾਂ ਨੂੰ ਕੀ ਹੁੰਦਾ, ਇਹ ਹਜਮ ਨਹੀਂ ਹੁੰਦੇ ਪੁੱਤ। ਕਿਉਂ? ਕਿੰਨੇ ਪਸ਼ੂ ਇਹਨਾਂ ਦੇ ਖਾਣ ਨਾਲ ਹੀ ਮਰੇ ਨੇ। ਨਹਿਰਾਂ ਨਦੀਆਂ 'ਚ ਸੁੱਟਣ ਨਾਲ ਪਾਣੀ ਵਾਲੇ ਜੀਵ ਮਰ ਜਾਂਦੇ ਨੇ।
ਕਹਿੰਦੇ ਜੇਕਰ ਜੇ ਪਸ਼ੂ ਇਹਨਾਂ ਨੂੰ ਖਾ ਲੈਂਦੇ ਨੇ ਕਿਉਂਕਿ ਹਜਮ ਨਹੀਂ ਹੁੰਦੇ, ਛੇਤੀ ਗਲਦੇ ਨਹੀਂ, ਤਾਂ ਉਹਨਾਂ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ, ਠੀਕ ਹੈ, ਉਹ ਮਰ ਜਾਂਦੇ ਨੇ ਪਸ਼ੂ। ਇਸ ਤੋਂ ਇਲਾਵਾ ਜੇਕਰ ਆਪਾਂ ਇਹਨਾਂ ਨੂੰ ਨਹਿਰਾਂ ਵਿੱਚ, ਜਿੱਥੇ ਪਾਣੀ ਹੁੰਦਾ ਉੱਥੇ ਸੁੱਟ ਦਿੰਦੇ ਆ, ਨਦੀਆਂ ਨਹਿਰਾਂ ਵਿੱਚ, ਤਾਂ ਉੱਥੇ ਜਿਹੜਾ ਪਾਣੀ ਵਾਲੇ ਜਿਹੜੇ ਜੀਵ ਹੁੰਦੇ ਨੇ, ਪਤਾ ਨਾ ਪਾਣੀ ਦੇ ਅੰਦਰ ਵੀ ਬਹੁਤ ਅਨੇਕਾਂ ਤਰ੍ਹਾਂ ਦੇ ਛੋਟੇ ਮੋਟੇ ਜਿਹੜੇ ਜੀਵ ਜੰਤੂ ਉਹ ਰਹਿੰਦੇ ਨੇ, ਠੀਕ ਹੈ, ਜਦੋਂ ਉਹ ਇਹਨਾਂ ਨੂੰ ਖਾ ਲੈਂਦੇ ਨੇ ਤਾਂ ਉਹਨਾਂ ਦਾ ਵੀ ਉਹ ਵੀ ਕੀ ਕਰ ਦਿੰਦੇ ਆ, ਮਰ ਜਾਂਦੇ ਨੇ। ਇਸ ਲਈ ਸਾਨੂੰ ਕਿਸੇ ਨੂੰ ਵੀ ਨਾ ਇਸ ਨੂੰ ਵੈਸੇ ਬਾਹਰ ਸੁੱਟਣਾ ਚਾਹੀਦਾ ਹੈ ਤੇ ਨਾ ਹੀ ਅਸੀਂ ਨੂੰ ਕੀ ਕਰਨਾ ਚਾਹੀਦਾ, ਨਾ ਇਹਦੇ ਵਿੱਚ ਆਪਣੀਆਂ ਜਿਹੜਾ ਵੀ ਕੂੜਾ ਕਰਕਟ ਪਾ ਕੇ ਇਸ ਨੂੰ ਬਾਹਰ ਸੁੱਟਣਾ ਚਾਹੀਦਾ ਤੇ ਨਾ ਹੀ ਇਸ ਨੂੰ ਨਦੀਆਂ ਨਹਿਰਾਂ ਵਿੱਚ ਸੁੱਟਣਾ ਚਾਹੀਦਾ, ਠੀਕ ਹੈ ਜੀ। ਅੱਛਾ ਜੀ, ਸਾਰੇ ਹੈਰਾਨ ਸੀ ਕਿ ਅਸੀਂ ਵੀ ਇਹ ਇੱਥੇ ਨਹੀਂ ਸੁੱਟਣੇ ਤਾਂ ਹੋਰ ਕਿੱਥੇ ਸੁੱਟਣੇ ਚਾਹੀਦਾ, ਠੀਕ ਹੈ। ਮੋਮਜਾਮੇ ਦਾ ਜਿਹੜਾ ਲਿਫਾਫਾ ਜੇ ਇੱਦਾਂ ਨਹੀਂ ਸੁੱਟਣਾ ਤਾਂ ਹੋਰ ਕਿੱਥੇ ਸੁੱਟਣਾ ਚਾਹੀਦਾ, ਇਸ ਲਈ ਹੈਰਾਨ ਸੀ, ਠੀਕ ਹੈ ਨਾ। ਫਿਰ ਇੱਕ ਬੱਚੇ ਨੇ ਸੁਜੈਸਟ ਕੀਤਾ ਕਿ ਵੀ ਇਹਨਾਂ ਨੂੰ ਅਸੀਂ ਸਿੱਟਦੇ ਨਹੀਂ, ਅਸੀਂ ਕੀ ਕਰਦੇ ਹਾਂ ਸਰ ਜੀ, ਇਹਨਾਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ। ਉਹਨਾਂ ਨੇ ਕੀ ਕਹਿਤਾ ਵੀ ਇਹਨੂੰ ਅੱਗ ਲਾ ਕੇ ਮੁਕਾਈ ਦੇਣਾ ਚਾਹੀਦਾ ਹੈ। ਫਿਰ ਤਾਂ ਪ੍ਰਦੀਪ ਨੇ ਸਲਾਹ ਦਿੱਤੀ, ਠੀਕ ਹੈ, ਜਦੋਂ ਉਹਨੇ ਦੇਖਿਆ ਕਿ ਇਸ ਨੂੰ ਨਾ ਤਾਂ ਅਸੀਂ ਬਾਹਰ ਗਲੀ ਵਿੱਚ ਸਿੱਟ ਸਕਦੇ ਹਾਂ, ਨਾ ਇਸ ਨੂੰ ਰੂੜੀਆਂ ਤੇ ਸਿੱਟ ਸਕਦੇ ਹਾਂ ਜਿੱਥੇ ਕੂੜਾ ਕਰਕਟ ਪਿਆ ਹੁੰਦਾ, ਨਾ ਇਸ ਨੂੰ ਅਸੀਂ ਨਦੀਆਂ ਨਹਿਰਾਂ ਵਿੱਚ ਸਿੱਟ ਸਕਦੇ ਹਾਂ, ਤਾਂ ਕੀ ਕਰ ਦੇਣਾ, ਜਦੋਂ ਕਹਿੰਦਾ ਪ੍ਰਦੀਪ ਨੇ ਕੀ ਕਿਹਾ ਕਿ ਇਸ ਨੂੰ ਅੱਗ ਹੀ ਲਾ ਦੇਣੀ ਚਾਹੀਦੀ ਹੈ ਤੇ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇੱਕ ਵਾਰ ਸਾਰਿਆਂ ਨੂੰ ਉਹਦੀ ਗੱਲ ਜੱਚ ਗਈ, ਠੀਕ ਹੈ, ਸਾਰਿਆਂ ਨੇ ਮੰਨ ਲਿਆ ਕਿ ਹਾਂ ਅੱਗ ਲਾਉਣ ਨਾਲ ਫਿਰ ਨੁਕਸਾਨ ਨਹੀਂ ਹੋਊਗਾ, ਠੀਕ ਹੈ। ਤਾਂ ਉਸ ਤੋਂ ਬਾਅਦ ਮਾਸਟਰ ਨੇ ਕੀ ਕਿਹਾ, ਉਸ ਤੋਂ ਬਾਅਦ ਜਿਹੜਾ ਅਧਿਆਪਕ ਸੀ ਉਸਨੇ ਕੀ ਕਿਹਾ, ਪਰ ਬੱਚਿਓ ਜਦੋਂ ਅਸੀਂ ਇਹਨੂੰ ਅੱਗ ਲਾਉਂਦੇ ਹਾਂ ਇਹਨਾਂ ਚੋਂ ਬਹੁਤ ਜ਼ਿਆਦਾ ਖਤਰਨਾਕ ਗੈਸਾਂ ਨਿਕਲਦੀਆਂ ਨੇ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਨੇ। ਅੱਗ ਲਾਉਣਾ ਵੀ ਇਹਦਾ ਸਹੀ ਜਿਹੜਾ ਤਰੀਕਾ ਨਹੀਂ ਹੈ ਪਲਾਸਟਿਕ ਤੋਂ ਦੀ ਵਰਤੋਂ ਨੂੰ ਰੋਕਣ ਦਾ, ਠੀਕ ਹੈ। ਨਹੀਂ ਜੇ ਅੱਗ ਲਾ ਦਾਂਗੇ ਤਾਂ ਜਿਹੜਾ ਇਹ ਪਲਾਸਟਿਕ ਦੇ ਜਲਣ ਨਾਲ ਇੰਨੀਆਂ ਖਤਰਨਾਕ ਗੈਸਾਂ ਨਿਕਲਦੀਆਂ ਨੇ ਕਿ ਜਿਹੜੀਆਂ ਕਿ ਸਾਡੀ ਜਿਹੜੀ ਵਾਤਾਵਰਨ ਆ ਉਸ ਨੂੰ ਪ੍ਰਦੂਸ਼ਿਤ ਕਰਦੀਆਂ ਨੇ, ਸਾਡੀ ਸਿਹਤ ਲਈ ਵੀ ਉਹ ਗੈਸਾਂ ਠੀਕ ਨਹੀਂ ਹਨ, ਠੀਕ ਹੈ। ਅੱਗ ਲਾਉਣਾ ਵੀ ਇਹਦਾ ਇਲਾਜ ਨਾ ਬਣਿਆ ਤਾਂ ਫਿਰ ਅੱਗੇ ਬੱਚਿਆਂ ਨੇ ਕੀ ਕਿਹਾ, ਫਿਰ ਤਾਂ ਜੀ ਇਹਨਾਂ ਨੂੰ ਮਿੱਟੀ 'ਚ ਦੱਬ ਦੇਣਾ ਚਾਹੀਦਾ, ਨਾ ਤਾਂ ਫਿਰ ਇਹ ਉੱਡ ਕੇ ਨਾਲੀਆਂ ਬੰਦ ਕਰਨ ਤੇ ਨਾ ਹੀ ਡੰਗਰ ਖਾ ਕੇ ਮਰਨ ਅਤੇ ਨਾ ਹੀ ਮਾੜੀਆਂ ਗੈਸਾਂ ਨਿਕਲਣ, ਸੀਰਤ ਕੌਰ ਨੇ ਕਿਹਾ, ਠੀਕ ਹੈ। ਸੀਰਤ ਨੇ ਦੱਸਿਆ ਫਿਰ ਕਿ ਵੀ ਇਸ ਨੂੰ ਹੁਣ ਕੀ ਕਰਨਾ ਚਾਹੀਦਾ, ਜੇ ਅੱਗ ਵੀ ਨਹੀਂ ਲਾਉਣੀ, ਨਾ ਇਹਨੂੰ ਨਾਲੀਆਂ ਨਾ ਇਹਨੂੰ ਸਿੱਟਣਾ ਵਾ, ਤਾਂ ਮਿੱਟੀ 'ਚ ਦੱਬ ਦੇਣਾ ਚਾਹੀਦਾ ਵਾ, ਨਾ ਫਿਰ ਉੱਡਣਗੇ, ਨਾ ਕੋਈ ਇਹਨੂੰ ਖਾਊਗਾ ਤੇ ਨਾ ਹੀ ਇਹ 'ਚ ਕੋਈ ਗੈਸਾਂ ਨਿਕਲਣਗੀਆਂ, ਠੀਕ ਹੈ। ਤਾਂ ਮਾਸਟਰ ਜੀ ਨੇ ਕੀ ਕਿਹਾ, ਤੇਰੀ ਗੱਲ ਠੀਕ ਹੈ ਸੀਰਤ, ਪਰ ਹੁਣ ਦੱਬਣ ਵਾਲੀ ਗੱਲ ਵੀ ਸੁਣ ਲਓ, ਇਹ ਹਜ਼ਾਰਾਂ ਸਾਲ ਗਲਦੇ ਨਹੀਂ, ਮਿੱਟੀ 'ਚ ਉਵੇਂ ਹੀ ਪਏ ਰਹਿੰਦੇ ਨੇ। ਇਸ ਤਰ੍ਹਾਂ ਤਾਂ ਮਿੱਟੀ ਦਾ ਉਪਜਾਊਪਣ ਘਟ ਜੂ, ਸਾਡੀਆਂ ਫਸਲਾਂ ਹੁਣ ਹਟ ਜਾਣਗੀਆਂ, ਆ ਜਿਹੜੇ ਫੁੱਲ ਬੂਟੇ ਨੇ ਇਹ ਨਹੀਂ ਹੋਣੇ, ਠੀਕ ਹੈ। ਜੇ ਆਪਾਂ ਇਹਨੂੰ ਮਿੱਟੀ ਦੇ ਵਿੱਚ ਦੱਬ ਦਾਂਗੇ ਤਾਂ ਜਿਹੜੇ ਕਿਉਂ ਹੁੰਦਾ ਹੈ, ਕਿਉਂਕਿ ਗਲਦੇ ਨਹੀਂ, ਕਿੰਨੇ ਸਾਲ ਇਹ ਗਲਦੇ ਨਹੀਂ ਇਹ, ਤਾਂ ਕੀ ਹੋਊਗਾ, ਇਸ ਤਰ੍ਹਾਂ ਤਾਂ ਜਿਹੜੀ ਮਿੱਟੀ ਦੀ ਜਿਹੜੀ ਉਪਜਾਊਪਣ ਆ ਉਹ ਵੀ ਘਟ ਜੂਗਾ, ਠੀਕ ਹੈ। ਤਾਂ ਕਰਕੇ ਇਹ ਵੀ ਜਿਹੜਾ ਹੈਗਾ ਤਰੀਕਾ ਗਲਤ ਹੈ। ਓਹੋ, ਫਿਰ ਤਾਂ ਜੀ ਤੁਸੀਂ ਸਹੀ ਹੋ, ਅਸੀਂ ਵੀ ਅੱਜ ਤੋਂ ਇਹਨਾਂ ਲਿਫਾਫਿਆਂ ਦੀ ਵਰਤੋਂ ਬੰਦ ਕਰਦੇ ਹਾਂ ਜੀ, ਕਈ ਬੱਚੇ ਇਕੱਠੇ ਹੋ ਕੇ ਬੋਲੇ। ਜਦੋਂ ਦੇਖਿਆ ਨਾ ਬੱਚਿਆਂ ਨੇ ਕਿ ਕੋਈ ਇਹਦਾ ਕੋਈ ਨਿਕਲ ਹੀ ਨਹੀਂ ਰਿਹਾ ਰਿਜ਼ਲਟ ਵੀ ਕਿਸ ਤਰ੍ਹਾਂ ਅਸੀਂ ਇਹਨੂੰ ਖਤਮ ਕਰ ਸਕਦੇ ਹਾਂ, ਤਾਂ ਉਹਨਾਂ ਨੇ ਕੀ ਕਿਹਾ, ਦੀ ਵਰਤੋਂ ਹੀ ਬੰਦ ਕਰ ਦੇਣੀ ਚਾਹੀਦੀ ਹੈ, ਠੀਕ ਹੈ। ਅਧਿਆਪਕ ਨੇ ਕੀ ਕਿਹਾ, ਵੈਰੀ ਗੁੱਡ, ਬਹੁਤ ਵਧੀਆ ਵਿਦਿਆਰਥੀਓ, ਫਿਰ ਐਂ ਦੱਸੋ ਬਈ ਹੁਣ ਸਬਜ਼ੀ ਖੰਡ ਚਾਹ ਕਾਹਦੇ ਚ ਲਿਆਇਆ ਕਰੋਗੇ ਹੱਟੀ ਦੁਕਾਨ ਤੋਂ। ਉਹ ਕਹਿੰਦੇ ਫਿਰ ਤੁਸੀਂ ਕਾਹਦੇ ਚ ਖੰਡ ਕਾਹਦੇ ਚ ਲੈ ਕੇ ਆਇਆ ਕਰੋਗੇ। ਤਾਂ ਕੱਪੜੇ ਦੇ, ਬੱਚਿਆਂ ਨੇ ਕੀ ਰਲ ਕੇ ਕਿਹਾ, ਕੱਪੜੇ ਦੇ ਬਣੇ ਝੋਲਿਆਂ 'ਚ ਜੀ, ਸਾਰੇ ਰਲ ਕੇ ਬੋਲੇ। ਸੋ ਵਿਦਿਆਰਥੀਓ ਤੁਸੀਂ ਸਮਝ ਗਏ ਕਿ ਮੋਮ ਜਾਮੇ ਦੇ ਲਿਫਾਫੇ ਤੇ ਪਲਾਸਟਿਕ ਦਾ ਸਮਾਨ, ਜਿਸ ਵਿੱਚ ਖਾਣ ਪੀਣ ਵਾਲੇ ਕੱਪ ਪਲੇਟਾਂ, ਪਾਣੀ ਦੀਆਂ ਬੋਤਲਾਂ ਆਦਿ ਵੀ ਸ਼ਾਮਲ ਨੇ, ਇਹ ਸਭ ਸਾਡੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਿਤ ਕਰਦੇ ਨੇ। ਇਸ ਵਿੱਚ ਕੀ ਗਿਆ ਕਿ ਇਕੱਲੇ ਮੋਮ ਜਾਮੇ ਦੇ ਲਿਫਾਫੇ ਹੀ ਨਹੀਂ, ਇਸ ਤੋਂ ਇਲਾਵਾ ਜਿਹੜਾ ਪਲਾਸਟਿਕ ਦਾ ਜਿੰਨਾ ਵੀ ਸਮਾਨ ਬਣਦਾ, ਜਿਵੇਂ ਜਿਹ 'ਚ ਕੱਪ ਪਲੇਟਾਂ ਆ ਜਾਂਦੀਆਂ ਨੇ, ਠੀਕ ਹੈ, ਕਈ ਵਾਰ ਪਲਾਸਟਿਕ ਦੇ ਜਿਹੜੇ ਡਿਸਪੋਜ਼ਲਸ ਹੁੰਦੇ ਨੇ, ਉਹ ਵੀ ਪਾਣੀ ਦੀਆਂ ਬੋਤਲਾਂ ਹੋ ਗਈਆਂ, ਇਹ ਵੀ ਸਾਰੀਆਂ ਕੀ ਨੇ, ਇਹ ਸਾਡੇ ਲਈ ਹਾਨੀਕਾਰਕ ਨੇ। ਇਹਨਾਂ ਦਾ ਵੀ ਕੀ ਕਰਨਾ ਚਾਹੀਦਾ ਹੈ, ਇਹਨਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਅੱਗੇ ਕੀ ਕਹਿੰਦੇ ਆ, ਹਾਂਜੀ ਜਿਵੇਂ ਹਵਾ, ਪਾਣੀ, ਮਿੱਟੀ, ਧੁੱਪ ਸਾਡੇ ਕੁਦਰਤੀ ਸਰੋਤ ਨੇ ਤੇ ਇਹ ਇਹਨਾਂ ਨੂੰ ਖਰਾਬ ਕਰਦੇ ਨੇ, ਗਿਆਨਦੀਪ ਨੇ ਦੱਸਿਆ।
ठीक है। हुण इस विच की किया गया, पानी, हवा पानी मिट्टी धुप कुदरती स्रोत। कुदरती की हुंदा, जिहड़े आपां नूं कुदरत द्वारा मिलदे आ, परमात्मा दे द्वारा मिलदे आ, जिहड़े असीं खुद पैदा नहीं करदे। किसी ने धुप पैदा कीती है, किसी ने हवा पैदा कीता है, ये सारे की आ सानूं परमात्मा दे वल्लों मिलदे आ, कुदरत दे वल्लों मिलदे आ। ठीक है, इस करके इन्हां नूं कुदरती स्रोत कहंदे ने। नैक्सट है, बिल्कुल सही है तुहाडी गल। ਹੁਣ ਤੁਸੀਂ ਪਲਾਸਟਿਕ ਦੀਆਂ ਇਹ ਖਤਰਨਾਕ ਚੀਜ਼ਾਂ ਆਪ ਨਹੀਂ ਵਰਤੋਗੇ ਤੇ ਆਪਣੇ ਮਾਤਾ-ਪਿਤਾ ਅਤੇ ਆਂਢ ਗੁਆਂਢ ਨੂੰ ਵੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰੋਗੇ। ਜਿਹੜਾ ਅਧਿਆਪਕ ਹੈ ਉਸਨੇ ਕੀ ਦੱਸਿਆ ਕਿ ਤੁਸੀਂ ਨਾ ਤਾਂ ਇਹ ਆਪ ਵਰਤੋਗੇ ਤੇ ਨਾ ਹੀ ਆਪਣੇ ਘਰਦਿਆਂ ਨੂੰ ਕਹੋ ਕਿ ਇਹ ਨਹੀਂ ਵਰਤਣਾ, ਉਹਨਾਂ ਨੂੰ ਨੁਕਸਾਨ ਦੱਸੋ ਕਿ ਕੀ ਕੀ ਨੁਕਸਾਨ ਹੈ। ਇਸ ਤੋਂ ਇਲਾਵਾ ਆਂਢ ਗੁਆਂਢ ਵਾਲੇ ਜਿਹੜੇ ਨੇਗੇ ਉਹਨਾਂ ਨੂੰ ਵੀ ਤੁਸੀਂ ਜਾਗਰੂਕ ਕਰੋ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਬੰਦ ਕਰ ਦਿਓ। ਬੱਚਿਆਂ ਨੇ ਕੀ ਕਿਹਾ? ਹਾਂਜੀ, ਸਾਰੇ ਬੱਚਿਆਂ ਨੇ ਉੱਚੀ ਆਵਾਜ਼ ਵਿੱਚ ਕਿਹਾ। ਸਰ ਜੀ, ਤੁਹਾਡੀਆਂ ਗੱਲਾਂ ਨੂੰ ਸੁਣ ਕੇ ਇੱਕ ਬੋਲੀ ਜੋੜੀ ਹੈ ਜੀ। ਮੈਂ ਹੁਣੇ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਇੱਕ ਬੋਲੀ ਜੋੜੀ ਹੈ ਜੀ, ਹੁਣੇ ਬੈਠੇ ਬੈਠੇ ਨੇ, ਸੁਣਾਵਾਂ ਜੀ? ਰਾਣੇ ਨੇ ਨਿਮਰਤਾ ਨਾਲ ਪੁੱਛਿਆ। ਇੱਕ ਬੱਚੇ ਨੇ ਕਿਹਾ ਕਿ ਮੈਂ ਇੱਕ ਬੋਲੀ ਜੋੜੀ ਹੈ ਕਿ ਮੈਂ ਸੁਣਾਵਾਂ। ਤਾਂ ਕੀ ਬੋਲੀ ਜੋੜੀ ਸੀ ਉਹਨੇ? ਤਾਂ ਅਧਿਆਪਕ ਨੇ ਕਿਹਾ, ਸੁਣੋ ਬੇਟਾ। ਸਾਫੇ 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 ਮਿੱਤਰੋ ਅਸੀਂ ਨਹੀਂ ਵਰਤਣੇ ਮੋਮ ਜਾਮੇ ਦੇ ਲਿਫਾਫੇ। ठीक है, उसने बैठे बैठे ने एक बोली जोड़ ली कि साफे 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 मित्रों असी हुण नहीं वरतने मोम जामे दे लिफाफे। सारे विद्यार्थियों ने की किया? ताड़ियां मारियां। इस तो बाद देखो एक पिक्चर बनाई गई है, प्लास्टिक नहीं कपड़ा सही। ठीक है, देखो प्लास्टिक का लिफाफा है, ये वरतों लिया क्रॉस मारिया ना इस तरह करके, इट मीनस ये वरतों नहीं करनी, कपड़े की जिहड़ी वरतों करनी है, कपड़े के बने थैलियां की, कपड़े के बने बैग्स की वरतों करनी है। नैक्सट है मौखिक सवाल जवाब। ठीक है, औरल क्वेश्चनस ने कुछ आप बच्चे, ये सिर्फ औरल क्वेश्चनस ने इन्हां नूं लिखना, लिखती रूप में लिखण नूं नहीं किया गया, पर फिर भी तुसीं अपनी नॉलेज लई इस नूं लिख सकते हो। मैं इन्हां दे आंसर्स जिहड़े ने नाल दियांगी। ठीक है जी, अगर तुसीं चाहुंदे हो तां इस नूं अपनी कॉपी ते उतार सकते हो। पहला प्रश्न है, अध्यापक कपड़े दा थैला क्यों वरतदा सी? आंसर है, अध्यापक कपड़े का थैला इसलिए वरतदा सी क्योंकि मोम जामे दे लिफाफे बहुत खतरनाक हन। प्रश्न नंबर 2 है, मोम जामे दे लिफाफियां दे की नुकसान हन? आंसर है, मोम जामे दे लिफाफियां दे बहुत नुकसान हन। पहला पॉइंट, ये नालियां विच फस के पानी दे निकास नूं रोकदे हन। नंबर 2, पानी का निकास बंद होने नाल उत्थे मक्खी मच्छर पैदा हुंदा है जो बीमारियां फैलाउंदे हन। नंबर 3, इस नूं जलाउण ते ये बहुत हानिकारक गैसां छड्डदे हन। नंबर 4, इस नूं जानवरां द्वारा निगलण भाव की हुंदा है खाण, इस नूं जानवरां द्वारा निगलण ते जानवर मर जांदे हन। नंबर 5, इस नूं मिट्टी विच दब्बण नाल ये मिट्टी दी उपजाऊ शक्ति नूं घटाउंदे हन। अगे है प्रश्न नंबर 3, की सब्जी दे छिल्लड़, बेहियां रोटियां अते गुन्निया आटा लिफाफियां च पा के सुੱਟ देना चाहिदा है? तां आंसर इहदा है नहीं, अजिहा नहीं करना चाहिदा क्योंकि पशु जां जानवर इन्हां नूं कई वार लिफाफे समेत ही खा जाते हैं ते उन्हां दी मौत हो जाती है। अगला प्रश्न है, प्रश्न नंबर 4, सानू प्लास्टिक का समान क्यों नहीं लेना चाहिए? आंसर है, सानू प्लास्टिक का समान इसलिए नहीं लेना चाहिए क्योंकि ये साडे लई बहुत खतरनाक ਹਨ, क्योंकि ये साडे लई बहुत खतरनाक है। जिमें कि ये छेती गलदा नहीं, इस नूं जलाउण ते हानिकारक गैसां निकलदियां हन, इस नूं जानवरां द्वारा निगलण ते जानवर मर जांदे हन, इस नूं मिट्टी विच दब्बण नाल मिट्टी दी उपजाऊ शक्ति खत्म हो जाती है, ये पानी दे निकास नूं रोकदे हन। अगला प्रश्न है, इस कहानी विचले अध्यापक दियां किहड़ियां गल्लां चंगियां लगियां? इस आंसर है,
ਇਸ ਕਹਾਣੀ ਵਿਚਲਾ ਅਧਿਆਪਕ ਸਭ ਤੋਂ ਪਹਿਲਾਂ ਬੱਚਿਆਂ ਨੂੰ ਆਤਮ ਵਿਸ਼ਵਾਸੀ ਬਣਨ ਲਈ ਕਹਿੰਦਾ ਹੈ। ਉਸ ਦਾ ਮੰਨਣਾ ਹੈ ਕਿ ਕਿਸੇ ਵੀ ਸਵਾਲ ਨੂੰ ਪੁੱਛਣ ਲਈ ਸਾਨੂੰ ਝਿਜਕਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਉਹ ਪਲਾਸਟਿਕ ਮੋਮਜਾਮੇ ਦੇ ਲਿਫਾਫਿਆਂ ਦੀ ਥਾਂ ਕੱਪੜੇ ਦਾ ਝੋਲਾ ਵਰਤਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਮੋਮਜਾਮੇ ਦੇ ਲਿਫਾਫੇ ਸਾਡੇ ਲਈ ਬਹੁਤ ਖਤਰਨਾਕ ਹਨ। ਉਸ ਦੀਆਂ ਇਹ ਗੱਲਾਂ ਸਾਨੂੰ ਬਹੁਤ ਚੰਗੀਆਂ ਲੱਗੀਆਂ। 6ਵਾਂ ਪ੍ਰਸ਼ਨ ਹੈ, ਮੋਮਜਾਮੇ ਦੇ ਲਿਫਾਫਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਆਨਸਰ ਹੈ, ਸਾਨੂੰ ਮੋਮਜਾਮੇ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਪ੍ਰਸ਼ਨ ਨੰਬਰ 7, ਮੋਮਜਾਮੇ ਦੇ ਲਿਫਾਫਿਆਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਜਾਂ ਵੱਧਦੀ? ਆਨਸਰ ਹੈ, ਘਟਦੀ ਹੈ। ਪ੍ਰਸ਼ਨ ਨੰਬਰ 8, ਪਲਾਸਟਿਕ ਦੀ ਵਰਤੋਂ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ ਜਾਂ ਅਸੀਂ ਬਿਮਾਰ ਹੋ ਜਾਂਦੇ ਹਾਂ? ਤਾਂ ਆਨਸਰ ਹੈ, ਅਸੀਂ ਬਿਮਾਰ ਹੋ ਜਾਂਦੇ ਹਾਂ। 9ਵਾਂ ਕੁਐਸਚਨ ਹੈ, ਨਾਲੀਆਂ, ਖਾਲ ਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਮੋਮਜਾਮੇ ਦੇ ਲਿਫਾਫਿਆਂ ਨਾਲ ਠੀਕ ਰਹਿੰਦਾ ਹੈ ਜਾਂ ਨਹੀਂ? ਤਾਂ ਆਨਸਰ ਹੈ, ਨਹੀਂ, ਮੋਮਜਾਮੇ ਦੇ ਲਿਫਾਫਿਆਂ ਨਾਲ ਪਾਣੀ ਦਾ ਨਿਕਾਸ ਰੁਕ ਜਾਂਦਾ ਹੈ। ਅਗਲਾ ਹੈ 10ਵਾਂ ਕੁਐਸਚਨ, ਉਕਤ ਕਹਾਣੀ ਤੋਂ ਅਸੀਂ ਕੀ ਸਮਝਿਆ ਹੈ? ਆਨਸਰ ਹੈ, ਸਾਨੂੰ ਮੋਮਜਾਮੇ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਅਗਲਾ ਹੈ, ਇਹ ਸੀ ਤੁਹਾਡੇ ਕੁਐਸਚਨ ਆਨਸਰਸ। ਅੱਗੇ ਅਧਿਆਪਕ ਲਈ ਕਾਜ, ਅਧਿਆਪਕ ਲਈ ਕੰਮ ਦਿੱਤਾ ਗਿਆ ਲਾਸਟ ਵਿੱਚ, ਪੜ੍ਹ ਲੈਣੇ ਇੱਕ ਵਾਰ। ਇਸ ਕਹਾਣੀ ਨੂੰ ਅਧਿਆਪਕ ਛੋਟੀ ਇਕਾਂਗੀ ਦੇ ਰੂਪ ਵਿੱਚ ਜਾਂ ਰੋਲ ਪਲੇ ਵਜੋਂ ਵੀ ਕਰਵਾ ਸਕਦਾ ਹੈ। ਇਸ ਤਰ੍ਹਾਂ ਇਹ ਦਿਲਚਸਪ ਵੀ ਹੋਵੇਗੀ ਤੇ ਸਾਰੇ ਵਿਦਿਆਰਥੀ ਸ਼ਾਮਲ ਹੋ ਜਾਣਗੇ। ਇਸ ਕਹਾਣੀ ਨੂੰ ਆਧਾਰ ਬਣਾ ਕੇ ਮੌਖਿਕ ਰੂਪ ਵਿੱਚ ਕੁਝ ਸਵਾਲ ਜਵਾਬ ਵੀ ਕੀਤੇ ਜਾ ਸਕਦੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਇਹ ਕੰਮ ਦੇਵੇਗਾ ਕਿ ਉਹ ਘਰੇ ਆਪਣੇ ਮਾਪਿਆਂ ਨੂੰ ਅਤੇ ਆਂਢ ਗੁਆਂਢ ਨੂੰ ਮੋਮਜਾਮੇ ਦੇ ਲਿਫਾਫਿਆਂ ਦੇ ਨੁਕਸਾਨ ਬਾਰੇ ਦੱਸਣਗੇ ਤੇ ਉਹਨਾਂ ਨੂੰ ਇਹਨਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਗੇ। ਇਸ ਕਾਰਜ ਨੂੰ ਕਰਦਿਆਂ ਵਿਦਿਆਰਥੀਆਂ ਨੇ ਕੀ ਦੱਸਿਆ ਤੇ ਕਿਸ ਤਰ੍ਹਾਂ ਦੱਸਿਆ, ਉਸ ਨੂੰ ਆਪਣੇ ਤੌਰ ਤੇ ਲਿਖ ਕੇ ਲੈ ਕੇ ਆਉਣਗੇ। ਵਿਦਿਆਰਥੀ ਆਪਣੇ ਦਾਦਾ ਦਾਦੀ ਨਾਲ ਇੱਕ ਮੁਲਾਕਾਤ ਵੀ ਕਰ ਸਕਦਾ ਹੈ ਕਿ ਉਹ ਜਦੋਂ ਦੁਕਾਨ ਤੋਂ ਸੌਦਾ ਪੱਤਾ ਲਿਆਉਂਦੇ ਸੀ ਤਾਂ ਕਿਸ ਤਰ੍ਹਾਂ ਲੈ ਕੇ ਆਉਂਦੇ ਸਨ, ਕਿਸ ਤਰ੍ਹਾਂ ਲਿਆਉਂਦੇ ਸਨ, ਕਿ ਉਦੋਂ ਵੀ ਇਹਨਾਂ ਮੋਮਜਾਮੇ ਦੇ ਲਿਫਾਫਿਆਂ ਨੂੰ ਵਰਤਦੇ ਸਨ। ਠੀਕ ਹੈ, ਇਹ ਸਾਰਾ ਜਿਹੜਾ ਸੀਗਾ ਉਹ ਅਧਿਆਪਕ ਲਈ ਕਾਰਜ ਹੈ ਕਿ ਅਧਿਆਪਕ ਜੀ ਨੇ ਜਿਹੜੀ ਉੱਪਰ ਝੋਲੇ ਵਾਲੇ ਮਾਸਟਰ ਦੀ ਜਿਹੜੀ ਕਹਾਣੀ ਦਿਖਾਈ ਗਈ ਹੈ ਤੇ ਦਿੱਤੀ ਗਈ ਹੈ, ਉਸ ਨੂੰ ਕਲਾਸ ਵਿੱਚ ਇੱਕ ਰੋਲ ਪਲੇ, ਮਤਲਬ ਕੋਈ ਬੱਚਾ ਆਪ ਖੁਦ ਅਧਿਆਪਕ ਬਣ ਕੇ ਬਾਕੀ ਬੱਚੇ ਉਹਨਾਂ ਤੋਂ ਕੁਐਸਚਨ ਕਰਨ, ਇਸ ਤਰ੍ਹਾਂ ਰੋਲ ਪਲੇ ਕਰਵਾ ਕੇ ਵੀ ਇਸ ਨੂੰ ਦਿਲਚਸਪ ਤੌਰ ਤੇ ਬਣਵਾ ਕੇ ਬੱਚਿਆਂ ਨੂੰ ਇਸ ਬਾਰੇ ਸਮਝਾ ਸਕਦੇ ਹਨ। ਇਸ ਤੋਂ ਇਲਾਵਾ ਜਿਹੜਾ ਅਧਿਆਪਕ ਹੈ ਉਹ ਬੱਚਿਆਂ ਨੂੰ ਕੀ ਕੰਮ ਦੇਵੇਗਾ ਕਿ ਉਹ ਆਪਣੇ ਮਾਪਿਆਂ ਨੂੰ ਅਤੇ ਆਪਣੇ ਗੁਆਂਢੀਆਂ ਨੂੰ, ਠੀਕ ਹੈ, ਆਂਢ ਗੁਆਂਢ ਨੂੰ ਇਸ ਲਿਫਾਫੇ ਦੇ ਨੁਕਸਾਨ, ਜਿਹੜੇ ਮੋਮਜਾਮੇ ਦੇ ਲਿਫਾਫਿਆਂ ਦੇ ਨੁਕਸਾਨ ਬਾਰੇ ਦੱਸੇਗਾ। ਇਸ ਤੋਂ ਇਲਾਵਾ ਉਹ ਆਪਣੇ ਦਾਦਾ ਦਾਦੀ ਨਾਲ ਗੱਲ ਕਰਨਗੇ ਕਿ ਪੁਰਾਣੇ ਸਮਿਆਂ ਵਿੱਚ, ਦਾਦਾ ਦਾਦੀ ਮਤਲਬ ਪੁਰਾਣੇ ਸਮਿਆਂ ਵਿੱਚ ਜਦੋਂ ਸੌਦਾ ਪੱਤਾ, ਘਰ ਦਾ ਕੋਈ ਵੀ ਕੰਮ, ਜਿਹੜਾ ਬਾਹਰੋਂ ਕੋਈ ਸਮਾਨ ਲੈ ਕੇ ਆਉਣਾ ਹੁੰਦਾ ਸੀ ਤਾਂ ਉਹ ਮੋਮਜਾਮੇ ਦੇ ਲਿਫਾਫਿਆਂ ਦੀ ਥਾਂ ਹੋਰ ਕੀ ਚੀਜ਼ਾਂ ਵਰਤਦੇ ਸਨ। ਠੀਕ ਹੈ, ਕਿਵੇਂ ਲੈ ਕੇ ਆਉਂਦੇ ਸੀ ਉਹ ਸਮਾਨ, ਉਸ ਬਾਰੇ ਬੱਚੇ ਇਸ ਨੌਲੇਜ ਇਕੱਠੀ ਕਰਨਗੇ ਤੇ ਆ ਕੇ ਅਧਿਆਪਕ ਨੂੰ ਸਾਰਾ ਕੁਝ ਦੱਸਣਗੇ। ਠੀਕ ਹੈ ਜੀ, ਇਹ ਸੀ ਤੁਹਾਡਾ ਚੈਪਟਰ। ਇੱਥੇ ਜਿਹੜਾ ਚੈਪਟਰ ਹੈ ਤੁਹਾਡਾ ਲੈਸਨ ਨੰਬਰ 5 ਜਿਹੜਾ ਹੈ ਉਹ ਖਤਮ ਹੁੰਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਥੈਂਕ ਯੂ।